जद 7 वरियां ਦੇ ਹੋਏ ਤਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੜ੍ਹਨੇ ਪਾਇਆ ਗਿਆ। ਉਹਨਾਂ ਪਹਿਲਾ ਪ੍ਰਸ਼ਨ ਹੀ ਪਾਂਦੇ ਪਾਸ ਇਹ ਕੀਤਾ, ਪਾਂਦੇ ਤੂੰ ਕੁਝ ਪੜ੍ਹਿਆ ਹੈ ਜੋ ਮੇਰੇ ਤਾਈਂ ਪੜ੍ਹਾਉਂਦਾ ਹੈ। ਠੀਕ ਕਿਹਾ ਸੀ ਬਾਬੇ ਨੇ, ਪਾਂਦਾ ਇਹ ਬਗੈਰ ਜਾਣੇ ਹੀ ਕਿ ਉਸ ਦੀ ਪੜ੍ਹਾਈ ਦਾ ਕੀ ਸਿੱਟਾ ਨਿਕਲਦਾ ਹੈ। ਪੜ੍ਹਾਈ ਤੁਰੀ ਜਾ ਰਿਹਾ ਸੀ, ਉੱਥੇ ਹੀ ਮਹਾਰਾਜ ਦੇ ਬਚਨ ਸਨ ਕਿ ਉਸ ਵਿਦਿਆ ਦਾ ਕੀ ਪੜ੍ਹਿਆ ਜੇ ਮਾਇਆ ਦਾ ਜੰਜਾਲ ਹੀ ਨਾ ਟੁੱਟਾ। ਜਿਸ ਦੇ ਲਿਖਣ ਨਾਲ ਵਿਕਾਰ ਹੀ ਫੈਲਦੇ ਹਨ, ਉਸ ਦੇ ਲਿਖਣ ਦਾ ਕੀ ਲਾਭ। ਸਾਡੀ ਸਾਰੀ ਪੜ੍ਹਾਈ ਵਿਹਲੜ, ਆਲਸੀ, ਕੰਮ ਚੋਰ, ਮਾਇਆ ਇਕੱਠੀ ਕਰਨ ਲਈ ਤਰਲਿਆਂ ਵਾਲੇ ਪੁਰਸ਼ ਪੈਦਾ ਕਰ ਰਹੀ ਹੈ। ਪੜ੍ਹਾਈ ਤਾਂ ਐਸੀ ਹੋਵੇ ਜੋ ਪਕੜ ਗਵਾਏ, ਮੋਹ ਤੋੜੇ, ਸਾਧਨਾ ਲਈ ਲਗਨ ਪੈਦਾ ਕਰੇ, ਅੰਦਰ ਉਤਸ਼ਾਹ ਜਗਾਏ, ਚਾਹ ਪੈਦਾ ਕਰੇ, ਹਿਰਦੇ ਤੇ ਡੂੰਘੀ ਛਾਪ ਲਗਾਏ, ਕੁਝ ਕਰ ਗੁਜ਼ਰਨ ਦਾ ਉਮਾ ਉਪਜਾਏ। ਪਰਮੇਸ਼ਰ ਨਾ ਵਿਸਰਨ ਦੇਵੇ, ਇਹ ਯਕੀਨੀ ਹੈ ਕਿ ਸਭ ਉਥਲ ਪੁਥਲ ਤਦੇ ਹੀ ਹੋ ਰਹੀ ਹੈ ਜੋ ਵਿੱਚੋਂ ਪਰਮੇਸ਼ਰ ਨਿਕਲ ਗਿਆ ਹੈ। ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਵਿਦਿਆਰਥੀ ਜੋ ਸਾੜ ਫੂਕ ਕਰਦਾ ਹੈ, ਇਸ ਵਿੱਚ ਉਸ ਦਾ ਅਸੰਤੋਸ਼ ਹੀ ਪ੍ਰਗਟ ਹੁੰਦਾ ਹੈ। ਜੋ ਮਨੁੱਖ ਅੰਦਰੋਂ ਸੰਤੁਸ਼ਟ ਮਹਿਸੂਸ ਨਹੀਂ ਕਰਦਾ, ਉਹ ਅੰਦਰ ਦੀ ਟੇਕ ਨਾਲੋਂ ਬਾਹਰੋਂ ਸਹਾਰਾ ਲੱਭਦਾ ਹੈ। ਵਿਦਿਆਰਥੀਆਂ ਵਿੱਚ ਨਸ਼ਾ, ਸ਼ਰਾਬ, ਸਿਗਰਟ ਨਿਤ ਵਰਤੋਂ ਬਣਨ ਦਾ ਕਾਰਨ ਪਰਮੇਸ਼ਰ ਭੁੱਲਣਾ ਹੈ। ਪਰਮਾਤਮਾ ਲਿਖਣ ਦੀ ਜਾਚ ਹੀ ਉਸ ਨੂੰ ਭੁੱਲ ਗਈ ਹੈ। ਉਸ ਨੂੰ ਵਾਰ-ਵਾਰ ਇਹ ਕਹਿਣ ਦੀ ਲੋੜ ਹੈ ਕਿ ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਗੁਰੂ ਜੀ ਨੇ ਪੱਟੀ ਲਿਖੀ ਦੀ ਰਹਾਓ ਦੀ ਤੁਕ ਵਿੱਚ ਬੜੀ ਕਰੜੀ ਚੇਤਾਵਨੀ ਦਿੱਤੀ ਹੈ ਕਿ ਹੇ ਮੂਰਖ, ਅਸਲ ਜੀਵਨ ਰਾਹ ਤੋਂ ਕਿਉਂ ਲਾਂਭੇ ਜਾ ਰਿਹਾ ਹੈ। ਤਦੋਂ ਹੀ ਤੂੰ ਪੜ੍ਹਿਆ ਹੋਇਆ ਵਿਦਵਾਨ ਸਮਝਿਆ ਜਾ ਸਕੇਗਾ ਜਦੋਂ ਸੰਸਾਰ ਵਿੱਚ ਸੁਰਖਰੂ ਹੋ ਕੇ ਫਿਰਨ ਦੀ ਜਾਚ ਤੈਨੂੰ ਆ ਜਾਵੇਗੀ। ਮਨ ਕਾਹੇ ਭੂਲੇ ਮੂੜ ਮਨਾ, ਜਦ ਲੇਖਾ ਦੇਵੇ ਬੀਰਾ ਤਉ ਪੜ੍ਹਿਆ ਰਹਾਓ। ਪੜ੍ਹੇ ਹੋਏ ਨੂੰ 35 ਦਾ ਪਹਿਲਾ ਅੱਖਰ ਪੜ੍ਹਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪਹਿਲਾਂ ਇਸ ਸ੍ਰਿਸ਼ਟੀ ਬਾਰੇ ਜਾਣਨਾ ਜ਼ਰੂਰੀ ਹੈ, ਫਿਰ ਉਸ ਬਾਰੇ ਜਿਸ ਸਾਜੀ ਅਤੇ ਉਹਨਾਂ ਦਾ ਹੀ ਆਉਣਾ ਸਫਲ ਹੈ, ਜਿਨ੍ਹਾਂ ਦਾ ਮਨ ਪ੍ਰਭੂ ਤੋਂ ਕਿਸੇ ਪਾਸੇ ਨਹੀਂ ਭੱਜਿਆ। ਜ਼ਿੰਦਗੀ ਭਰ ਜੋ ਇੱਕ ਟਿਕ ਤੁਰੀ ਹੀ ਗਏ, ਮੰਜ਼ਲ ਨੂੰ ਉਹਨਾਂ ਨੇ ਹੀ ਪਾਇਆ। ਸੇਵਤ ਰਹੇ ਚਿੱਤ ਜਿਨਕਾ ਲਾਗਾ, ਆਇਆ ਤਿਨਕਾ ਸਫਲ ਭਇਆ। ਵਿਕਾਰ ਤੇ ਭਟਕਣਾ ਉਸੇ ਵੇਲੇ ਪੈਦਾ ਹੁੰਦੀ ਹੈ ਜਦ ਮਨੁੱਖ ਇਹ ਸਮਝਣ ਲੱਗ ਪੈਂਦਾ ਹੈ ਕਿ ਉਸ ਤੋਂ ਬਗੈਰ ਵੀ ਹੋਰ ਕੋਈ ਰਿਜ਼ਕ ਦੇਣ ਵਾਲਾ ਹੈ। ਜੇ ਕੋਈ ਇਹ ਜਾਣ ਲਵੇ ਕਿ ਰਿਜ਼ਕ ਦਾਤਾ ਕੇਵਲ ਉਹ ਹੀ ਹੈ, ਉਸ ਨੂੰ ਵਿਕਾਰ ਪੋ ਨਹੀਂ ਸਕਦੇ। ਤਿਸ ਸਿਰ ਲੇਖ ਨਾ ਹੋਈ, ਗੁਰੂ ਨਾਨਕ ਜੀ ਦਾ ਫਰਮਾਨ ਸੀ। ਸਾਰੀ ਉਮਰ ਢੁੰਡਾਊ ਰਹਿਣਾ ਹੀ ਅਸਲ ਪੜ੍ਹਾਈ ਹੈ। ਊੜੇ ਉਪਮਾ ਤਾਕੀ ਕੀਜੈ, ਜਾ ਕਾ ਅੰਤ ਨਾ ਪਾਇਆ। ਜਿਸ ਨੇ ਉਸ ਦੇ ਬੇਅੰਤ ਹੋਣ ਨੂੰ ਜਾਣ ਲਿਆ ਹੈ, ਮੈਂ ਨਹੀਂ ਕਰਦਾ ਸਗੋਂ ਤੂੰ ਕਰਦਾ ਹੈ, ਐਸਾ ਪੜ੍ਹਿਆ ਹੋਇਆ ਸੁਆਰਥੀ ਜੀਵਨ ਮੁਕਾ ਲੈਂਦਾ ਹੈ। ਸਾਰੀ ਵਿਦਿਆ ਪ੍ਰਣਾਲੀ ਦਾ ਦੋਸ਼ ਇਹ ਹੀ ਹੈ ਕਿ ਪੜ੍ਹਿਆ ਹੋਇਆ ਮਾਇਆ ਦੇ ਪਿੱਛੇ ਭਟਕਦਾ ਹੈ। ਜਦ ਨਹੀਂ ਮਿਲਦੀ ਤਾਂ ਵਿਸ਼ਵਾਸ ਛੱਡ ਬੈਠਦਾ ਹੈ। ਵਿਦਵਾਨ ਉਸੇ ਨੂੰ ਸਮਝਣਾ ਚਾਹੀਦਾ ਹੈ ਜੋ ਦੁੱਖ ਸੁੱਖ ਨੂੰ ਇੱਕ ਕਰ ਜਾਣੇ ਤੇ ਜ਼ਿੰਦਗੀ ਸੇਵਕ ਵਾਲੀ ਬਣਾਏ ਤੇ ਸੇਵਕਾਂ ਵਾਲੀ ਹੀ ਕਰੜੀ ਘਾਲ ਘਾਲੇ। ਸੇਵਾ ਹੀ ਨਿਮਰਤਾ ਪੈਦਾ ਕਰਦੀ ਹੈ, ਪਰ ਸੇਵਾ ਤਾਂ ਇੱਕ ਪਾਸੇ ਰਹੀ। ਪੜ੍ਹਿਆ ਲਿਖਿਆ ਨਿਮਰਤਾ ਹੀ ਗਵਾ ਲੈਂਦਾ ਹੈ। ਨਿਮਰਤਾ ਨਾ ਹੋਣ ਕਾਰਨ ਫਿਰ ਕੌੜਾ ਬੋਲਦਾ ਹੈ ਤੇ ਦੂਜਿਆਂ ਦੇ ਔਗੁਣ ਛਾਂਟਦਾ ਹੈ। ਪੁਰਾਤਨ ਜਨਮ ਸਾਖੀ ਵਾਲਾ ਲਿਖਦਾ ਹੈ ਕਿ ਨਾਨਕ ਪਾਠਸ਼ਾਲਾ ਵਿੱਚ ਬਾਲਕਾਂ ਨਾਲ ਪਰਮੇਸ਼ਰ ਹੀ ਕੀ ਬਾਤ ਕਰੇ। ਤਾਰੀਖੇ ਪੰਜਾਬ ਵਿੱਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਜੀ ਨੂੰ ਵਿਦਿਆ ਪ੍ਰਣਾਲੀ ਲਈ ਇੱਕ ਉਸਤਾਦ ਪਾਸ ਬਿਠਾਇਆ ਗਿਆ ਤਾਂ ਉਸਤਾਦ ਬਾਬਾ ਜੀ ਦੇ ਬਚਨ ਕਾਮਲ ਸੰਕੇਤ ਸੁਣ ਕੇ ਹੈਰਾਨ ਰਹਿ ਗਿਆ। ਉਸ ਨੂੰ ਯਕੀਨ ਹੋ ਗਿਆ ਕਿ ਬਾਲਕ ਜਮਾਂਦਰੂ ਹੀ ਵਲੀ ਹੈ। ਜਦ ਗੁਰੂ ਜੀ ਨੂੰ ਬੁੱਲਾਂ ਪਾਸ ਬੁੱਧਵਾਰ ਪੜ੍ਹਨੇ ਪਾਇਆ ਗਿਆ ਤਾਂ ਇੱਕ ਵਾਰੀ ਅਰਬੀ ਦੀ ਵਰਨਮਾਲਾ ਉਹਨਾਂ ਪੜ੍ਹ ਲਈ। ਮੁੱਲਾ ਨੇ ਚਮਤਕਾਰ ਦੇਖ ਕਿਹਾ, ਸੁਬਾਨ ਅੱਲਾ ਰੂਬ ਉਲ ਆਲਮੀਨ। ਇਸ ਦੇ ਤਾਈਂ ਵੱਡੀ ਇਨਾਇਤ ਰੂਬ ਉਲ ਆਲਮੀਨ ਦੀ ਹੈ। ਨਾਨਕ ਜੀ ਦੇ ਤਾਈਂ ਇਸ ਜਹਾਨ ਵਿੱਚ ਇਉਂ ਕੋਈ ਨਹੀਂ ਪੜ੍ਹਾ ਸਕਦਾ। ਇਹ ਕੋਈ ਵਲੀ ਹੈ ਜੋ ਸੁਣਦਿਆਂ ਸਾਰ ਯਾਦ ਕਰ ਲੈਂਦਾ ਹੈ। ਭਾਈ ਮਣੀ ਸਿੰਘ ਜੀ ਲਿਖਦੇ ਹਨ ਕਿ ਮਾਤਾ ਪਿਤਾ ਪਹਿਲੇ ਦਿਨ ਸ਼ੱਕਰ ਦਾ ਭਰਿਆ ਥਾਲ ਤੇ ਉੱਤੇ 5 ਰੁਪਏ ਰੱਖ ਕੇ ਪਾਂਦੇ ਪਾਸ ਜਦ ਪੜ੍ਹਾਉਣ ਲਈ ਲਿਆਏ ਤਾਂ ਅੱਗੇ ਰੱਖਣ ਵੇਲੇ ਸ਼ੱਕਰ ਦਾ ਥਾਲ ਡੁੱਲ ਗਿਆ ਤਾਂ ਬਾਕੀ ਸਭ ਵਿਦਿਆਰਥੀ ਸ਼ੱਕਰ ਚੁੱਕ ਚੱਟਣ ਲੱਗੇ ਤਾਂ ਪਾਂਦੇ ਨੇ ਕਿਹਾ ਕਿ ਇਸ ਦੀ ਭਗਤੀ ਤੇ ਸਾਰਾ ਜੱਗ ਵਰਸਾਵੇਗਾ। ਪਾਂਦੇ ਦਾ ਨਾਂ ਕੁਤਬਦੀਨ ਲਿਖਿਆ ਮਿਲਦਾ ਹੈ।
ਜੇ ਕੋਈ ਉਹਨਾਂ ਪਾਸ ਹਿੰਦੂ ਆਏ ਤਾਂ ਹਿੰਦਵੀ ਵਿੱਚ ਉਸ ਦੀ ਤਸੱਲੀ ਕਰਾਉਣ, ਤੇ ਜੇ ਮੁਸਲਮਾਨ ਆਏ ਤਾਂ ਅਰਬੀ ਵਿੱਚ। ਕਨੇਗਮ ਵੀ ਲਿਖਦਾ ਹੈ ਕਿ ਮੀਰ ਸੈਯਦ ਹਸਨ ਜੋ ਉਸ ਦੇਸ਼ ਵਿੱਚ ਔਲੀਆ ਕਰਾਮਾਤੀ ਸੁਲਹਕੁਲ ਬੇਲਾਗ ਪੀਰ ਮੰਨਿਆ ਹੋਇਆ ਸੀ, ਮਹਿਤਾ ਕਾਲੂ ਦੇ ਘਰ ਪਾਸ ਹੀ ਰਹਿੰਦਾ ਸੀ। ਉਹ ਵੀ ਬਾਬਾ ਜੀ ਕੋਲੋਂ ਸ਼ਿਹਰਫੀ ਸੁਣ ਕੇ ਹੱਕਾ ਬੱਕਾ ਰਹਿ ਗਿਆ ਸੀ। ਉਸ ਦਿਨ ਤੋਂ ਬਾਬਾ ਜੀ ਨਾਲ ਬਹੁਤ ਪਿਆਰ ਤੇ ਪੱਖ ਰੱਖਣ ਲੱਗ ਪਿਆ। ਇਹ ਸਭ ਕੁਝ ਦੇਖ ਪੰਡਿਤ ਬ੍ਰਿਜਨਾਥ ਨੇ ਕਿਹਾ ਕਿ ਸ਼ਾਇਦ ਹੋਰਨਾਂ ਵਿਦਿਆ ਨੂੰ ਕੱਚੀਆਂ ਜਾਣਦਾ ਹੋਵੇ ਅਤੇ ਨਿਰੋਲ ਸੰਸਕ੍ਰਿਤ ਪੜ੍ਹਾਈ ਚੰਗੀ ਸਮਝਦਾ ਹੋਵੇ। ਬ੍ਰਿਜਨਾਥ ਕੋਲ ਪੁੱਜਦੇ ਸਾਰ ਇਹ ਬਚਨ ਕੀਤੇ ਕਿ ਬ੍ਰਿਜਨਾਥ ਤਾਂ ਕ੍ਰਿਸ਼ਨ ਦਾ ਨਾਂ ਹੈ, ਤੁਸਾਂ ਕਿਉਂ ਰੱਖਿਆ? ਬ੍ਰਿਜਨਾਥ ਅਵਾਕ ਹੋ ਗਿਆ। ਉਸ ਨੂੰ ਕਹਿਣਾ ਪਿਆ ਕਿ ਨਾਨਕ ਸਭ ਆਤਮਕ ਗਿਆਨ ਦਾ ਸੋਮਾ ਹੈ। ਉਸ ਨੂੰ ਫਿਰ ਜਦ ਅਰਥ ਸਮਝਾਉਣ ਲਈ ਕਿਹਾ ਤਾਂ ਬ੍ਰਿਜਨਾਥ ਜੀ ਨੇ ਕਿਹਾ ਕਿ ਅਰਥ ਅਜੇ ਤੁਹਾਡੇ ਵੱਸ ਵਿੱਚ ਦੀ ਗੱਲ ਨਹੀਂ। ਬਾਬੇ ਨਾਨਕ ਨੇ ਫਿਰ ਕਿਹਾ, ਅਰਥ ਬਿਨਾ ਪੜ੍ਹਨਾ ਹਨੇਰੇ ਵਿੱਚ ਹੱਥ ਮਾਰਨਾ ਹੈ। ਓਂਕਾਰ ਬ੍ਰਹਮਾ ਉਤਪਤੀ ਦੀ ਵਿਚਾਰ ਉਸ ਨਾਲ ਕੀਤੀ। ਪੰਡਤ ਜੀ ਨੂੰ ਮੰਨਣਾ ਪਿਆ ਕਿ ਉਸ ਪਾਸ ਸਿਖਲਾਉਣ ਲਈ ਕੁਝ ਨਹੀਂ ਰਿਹਾ। ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿੱਚ ਵਿਦਿਆ ਨੂੰ ਵੀ ਸਾਧਨ ਹੀ ਕਿਹਾ। ਭੀਤਰ ਵਸਤੂ ਪ੍ਰਗਟ ਕਰਨੀ ਹੀ ਅਸਲ ਵਿਦਿਆ ਦਾ ਮਨੋਰਥ ਹੈ। ਆਸਾ ਰਾਗ ਦੇ ਇੱਕ ਸ਼ਬਦ ਵਿੱਚ ਵਿਆਖਿਆ ਕਰਦੇ ਫਰਮਾਇਆ ਕਿ ਮਨ ਲਗੇ ਤਾਂ ਹੀ ਘੁੰਗਰੂ ਵੱਜਿਆ ਜਾਣੋ, ਆਸ ਨਿਰਾਸੀ ਹੈ ਤਾਂ ਹੀ ਸੰਨਿਆਸੀ ਸਮਝੋ। ਜੇ ਪੰਜਾਂ ਕਾਮਾਂ ਦੇ ਇੱਕ ਨੂੰ ਵਸ ਕਰ ਲਿਆ ਹੈ ਤਾਂ ਤੀਰਥ ਇਸ਼ਨਾਨੀ ਆਖੋ। ਜੇ ਦਇਆ ਹੈ ਦੇਹੀ ਨੂੰ ਕਾਬੂ ਰੱਖਿਆ ਹੈ ਤਾਂ ਦਿਗੰਬਰ ਆਖੋ। ਆਪੇ ਤੇ ਕਾਬੂ ਪਾਉਣ ਵਾਲਾ ਕਦੇ ਕਿਸੇ ਦੂਜੇ ਤੇ ਹੱਥ ਨਹੀਂ ਉਠਾਉਂਦਾ ਅਤੇ ਉਹ ਹੀ ਹੈ ਵਿਦਿਆ ਵਿਚਾਰੀ ਵਿਦਵਾਨ ਜੋ ਪਰਉਪਕਾਰੀ ਹੈ। ਵਿਦਿਆ ਪਰਉਪਕਾਰ ਲਈ ਸਾਧਨ ਬਣੇ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਆਪਣੀ ਬਾਣੀ ਦੇ ਵਿੱਚ ਰਚੇ ਹਨ। ਆਪ ਜੀ ਨੇ ਆਪਣਾ ਵਿਦਿਅਕ ਨਜ਼ਰੀਆ ਦਿੰਦੇ ਕਿਹਾ, ਗਿਆਨ ਦੀ ਸ਼ਾਨ ਤੇ ਵਿਦਿਆ ਦੀ ਧਾਰ ਤਿੱਖੀ ਕਰ ਜਾਣੀ ਹੈ, ਪਰ ਨਾਲ ਭਗਤੀ ਦੀ ਮੁੱਠ ਜ਼ਰੂਰੀ ਹੋਵੇ। ਕਲਮ ਦੀ ਕੁਵਰਤੋਂ ਵੀ ਉਤਨੀ ਹੀ ਮਾੜੀ ਹੈ ਜਿਤਨੀ ਤਲਵਾਰ ਦੀ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।